ਇਮੀਗ੍ਰੇਸ਼ਨ ਗੁਰੂ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਵਾਰ ਫਿਰ ਤੁਹਾਡੇ ਲਈ ਨਵੀਆਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਏ ਹਾਂ। ਅੱਜ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ, ਜਿਹੜੇ ਕਿ ਤੁਹਾਡੇ ਨਾਲ ਇਮੀਗ੍ਰੇਸ਼ਨ ਦੇ ਵਿੱਚ ਕੀ ਨਵੀਆਂ ਅਪਡੇਟਸ ਨੇ ਉਹ ਸਾਂਝੀਆਂ ਕਰਨਗੇ। ਮਨੂ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਿਮਰਤ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਮਨੂ ਦੱਤਾ ਐਂਡ RD ਰਿਪੁਦਮ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ ਏਅਰ ਜੀ। ਥੈਂਕ ਯੂ ਸਰ। ਅੱਛਾ ਮਨੂ ਜੀ, ਆਪਾਂ ਇੱਥੋਂ ਸ਼ੁਰੂ ਕਰਦੇ ਹਾਂ। ਜਿਹੜਾ ਐਕਸਪ੍ਰੈਸ ਐਂਟਰੀ ਦੀ ਕਾਫੀ ਚਰਚਾ ਹੋ ਰਹੀ ਹੈ ਕਿ ਜਿਹੜੇ ਇਹਦੇ ਡਰਾਜ਼ ਮੇਰੇ ਖਿਆਲ ਹੁਣ ਬੰਦ ਹੋਏ ਨੇ, ਅਤੇ ਇਹ ਕਿਹਾ ਜਾ ਰਿਹਾ ਵੀ ਸ਼ਾਇਦ ਐਕਸਪ੍ਰੈਸ ਐਂਟਰੀ ਬੰਦ ਹੋ ਗਈ ਹੈ। ਕੀ ਹੈ ਇਹ? ਬਿਲਕੁਲ ਸਿਮਰਤ ਜੀ, ਟਿਕਟੌਕ ਦੇ ਉੱਤੇ ਬਹੁਤ ਸਾਰੇ ਨੌਲੇਜੇਬਲ ਲੋਕੀ ਬੈਠੇ ਨੇ। ਹਾਂਜੀ। ਐਂਡ ਇੰਸਟਾਗ੍ਰਾਮ ਦੇ ਉੱਤੇ, ਟਿਕਟੌਕ ਤੇ ਆਪਣੇ ਆਪ ਨੂੰ ਮਸ਼ਹੂਰ ਕਰਨ ਵਾਸਤੇ ਕੋਈ ਸੈਂਸੇਸ਼ਨਲ ਚੀਜ਼ ਛੱਡ ਦਿਓ ਤੇ ਉਹ ਵਾਇਰਲ ਹੋ ਜਾਂਦੀ ਹੈਗੀ। ਸੋ ਉਹ ਬੇਸਿਕਲੀ ਭੇਡ ਚਾਲ ਚੱਲਦੀ ਪਈ ਹੈਗੀ ਹੈ। ਐਬਸੋਲੂਟਲੀ ਚੀਜ਼ ਜ਼ਰੂਰ ਹੋਈ ਹੈ ਕਿ 7 ਦਸੰਬਰ ਨੂੰ ਜਿਹੜਾ ਡਰਾਅ ਐਕਸਪੈਕਟਡ ਸੀਗਾ ਐਕਸਪ੍ਰੈਸ ਐਂਟਰੀ ਦਾ, ਉਹ ਡਰਾਅ ਨਹੀਂ ਹੋਇਆ। ਉਹ ਇਸ ਕਰਕੇ ਨਹੀਂ ਹੋਇਆ ਬਿਕੋਜ਼ ਇਮੀਗ੍ਰੇਸ਼ਨ ਨੇ ਵੀ ਉਹਦੀ ਅਪਡੇਟਸ ਦਿੱਤੀਆਂ ਕਿ ਸਾਡੇ ਇੱਕ ਸਿਸਟਮ ਦੇ ਵਿੱਚ ਕੁਝ ਗਲਿਚ ਆ ਗਿਆ ਸੀਗਾ, ਜਿਹਦੇ ਵਿੱਚ ਬਿਕੋਜ਼ ਤੁਹਾਨੂੰ ਯਾਦ ਹੋਏਗਾ ਕਿ ਜਿਹੜੀਆਂ 15 ਨਵੰਬਰ ਤੋਂ ਜਿਹੜੇ ਟੀਅਰ ਨੌਕ ਤੋਂ ਟੀਅਰ ਸਿਸਟਮ ਦੇ ਵਿੱਚ ਆਏ ਸੀਗੇ, ਸੋ ਉਹ ਗਲਿਚ ਕੋਈ ਇਹੋ ਜਿਹਾ ਸੀਗਾ ਜਿਹੜਾ ਉਹ ਟੈਂਪਰੇਰੀਲੀ ਨਹੀਂ ਕਰ ਸਕੇ। ਬਟ ਦੇ ਆਰ ਵੈਰੀ ਮਚ ਔਨ ਟਾਰਗੇਟ। 2022 ਦਾ ਜਿਹੜਾ 4,35,000 ਦਾ ਟਾਰਗੇਟ ਸੀਗਾ ਉਹ ਅਚੀਵ ਹੋ ਚੁੱਕਾ ਆ। ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਵੀ ਵਿਲ ਸ਼ੇਅਰ ਨੰਬਰਸ ਕਿ ਕਿਹੜੇ ਨੰਬਰਸ ਕਿਸ ਕੈਟੇਗਰੀਜ਼ ਦੇ ਵਿੱਚ ਹੋਏ ਨੇ। ਐਕਸਪ੍ਰੈਸ ਐਂਟਰੀ ਬਹੁਤ ਵਧੀਆ ਚੱਲ ਰਿਹਾ ਜੀ। ਐਕਸਪ੍ਰੈਸ ਐਂਟਰੀ ਦੇ ਰਿਜ਼ਲਟਸ ਆਰ ਅਮੇਜ਼ਿੰਗ ਐਂਡ ਐਕਸਪ੍ਰੈਸ ਐਂਟਰੀ ਦੀ ਚੇਂਜਸ ਜ਼ਰੂਰ ਆ ਰਹੀਆਂ, ਬੰਦ ਬਿਲਕੁਲ ਨਹੀਂ ਹੋ ਰਿਹਾ। ਸੋ ਜਿਹੜਾ ਵੀ ਤੁਹਾਨੂੰ ਇਮੀਗ੍ਰੈਂਟ ਕੋਈ ਟਿਕਟੋਕਰ ਜਾਂ ਇੰਸਟਾਗ੍ਰਾਮ ਤੇ ਜਾਂ ਸੋਸ਼ਲ ਮੀਡੀਆ ਤੇ ਤੁਹਾਨੂੰ ਕਹਿੰਦਾ ਕਿ ਇਹ ਪ੍ਰੋਗਰਾਮ ਬੰਦ ਹੋ ਰਿਹਾ, ਬਿਲਕੁਲ ਉਹਨਾਂ ਦੀ ਗੱਲ, ਉਹਨਾਂ ਦਾ ਪ੍ਰੋਗਰਾਮ ਹੀ ਸੁਣਨਾ ਬੰਦ ਕਰ ਦਿਓ। ਸਿਰਫ ਉਹ ਆਪਣੇ ਆਪ ਨੂੰ ਮਸ਼ਹੂਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਬਿਲਕੁਲ ਜੀ। ਸਿਮਰਤ ਜੀ, ਚੇਂਜਸ ਇਹ ਆ ਰਹੀਆਂ ਹੈਗੀਆਂ ਕਿ ਆਕੂਪੇਸ਼ਨ ਸਪੈਸੀਫਿਕ ਡਰਾਜ਼ ਉਹ ਸ਼ੁਰੂ ਹੋਣ ਲੱਗੇ ਨੇ ਜਨਵਰੀ ਔਨਵਰਡਸ। ਮਤਲਬ ਵੀ ਜਿਸ ਆਕੂਪੇਸ਼ਨ ਦੀ ਜ਼ਿਆਦਾ ਇੱਥੇ ਲੋੜ ਹੋਊਗੀ ਉਹਦੇ ਹਿਸਾਬ ਦੇ ਨਾਲ ਕਰਨਗੇ ਹੁਣ 100% ਸਿਮਰਤ ਜੀ। ਬਿਲਕੁਲ ਉਹ ਆਕੂਪੇਸ਼ਨ ਸਪੈਸੀਫਿਕ ਡਰਾਜ਼ ਹੋ ਸਕਦੇ ਬਿਕੋਜ਼ ਇਮੀਗ੍ਰੇਸ਼ਨ ਦਾ ਬਿੱਲ C-19 ਪਾਸ ਹੋ ਗਿਆ ਸੀ ਜੂਨ ਦੇ ਵਿੱਚ, ਜਿਹਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਨੂੰ ਇਖਤਿਆਰ ਮਿਲ ਗਏ ਸੀਗੇ ਕਿ ਉਹ ਆਕੂਪੇਸ਼ਨ ਸਪੈਸੀਫਿਕ ਡਰਾਜ਼ ਪੁੱਟ ਆਊਟ ਕਰ ਸਕਦੇ ਨੇ, ਜਿਹਦੇ ਵਿੱਚ ਉਹ ਡਿਸਕਸ਼ਨ ਕਰਕੇ ਪ੍ਰੋਵਿੰਸਿਸ ਨਾਲ, ਟੈਰੀਟਰੀਜ਼ ਨਾਲ, ਕਿਹੜੇ ਪ੍ਰੋਵਿੰਸਿਸ ਦੀ ਕੀ ਸ਼ਾਰਟੇਜ ਚੱਲ ਰਹੀ ਹੈ, ਫੈਡਰਲੀ ਉਹਨਾਂ ਨੂੰ ਕੀ ਸ਼ਾਰਟੇਜਸ ਨਜ਼ਰ ਆ ਰਹੀਆਂ। ਸੋ ਉਹ ਸ਼ਾਰਟੇਜਸ ਨੂੰ ਦੇਖਦਿਆਂ ਹੋਇਆ ਦੇ ਵਿਲ ਹੈਵ ਆਕੂਪੇਸ਼ਨ ਸਪੈਸੀਫਿਕ ਡਰਾਜ਼। ਹੁਣ ਆਕੂਪੇਸ਼ਨ ਸਪੈਸੀਫਿਕ ਡਰਾਜ਼ ਦਾ ਸਭ ਤੋਂ ਵੱਡਾ ਐਡਵਾਂਟੇਜ ਕੀ ਹੋਣਾ? ਪਹਿਲੇ ਤੁਹਾਨੂੰ ਯਾਦ ਹੋਏਗਾ ਸਿਮਰਤ ਜੀ, ਮੈਂ ਕਹਿੰਦਾ ਸੀ ਕਿ ਜੇ ਤੁਹਾਡਾ ਸਕੋਰ 400 ਤੋਂ ਥੱਲੇ ਹੈਗਾ ਜਾਂ 450 ਤੋਂ ਥੱਲੇ ਹੈਗਾ ਤੇ ਜੌਬ ਆਫਰ ਲੱਭੋ ਰਾਦਰ ਦੈਨ ਪੁਟਿੰਗ ਅਪ ਅ ਪ੍ਰੋਫਾਈਲ ਜਾਂ ਕ੍ਰੀਏਸ਼ਨ ਆਫ ਅ ਪ੍ਰੋਫਾਈਲ। ਅੱਜ ਮੈਂ ਇਸ ਡਿਸੀਜਨ ਤੋਂ ਬਾਅਦ ਮੈਂ ਆਪਣਾ ਸਟੈਂਸ ਚੇਂਜ ਕਰਾਂਗਾ ਬਿਕੋਜ਼ ਹੁਣ ਆਕੂਪੇਸ਼ਨ ਸਪੈਸੀਫਿਕ ਡਰਾਜ਼ ਹੋਣ ਦੇ ਨਾਲ ਉਹ 491 ਤੇ ਕੱਟ ਆਫ ਨਹੀਂ ਜਾਏਗਾ। ਸਪੋਜ਼ ਉਹਨਾਂ ਨੂੰ 500 ਫਾਈਨੈਂਸ਼ੀਅਲ ਮੈਨੇਜਰਸ ਜਾਂ ਬਿਜ਼ਨਸ ਮੈਨੇਜਰਸ ਚਾਹੀਦੇ ਨੇ, ਸੋ ਹੋ ਸਕਦਾ ਪਹਿਲਾ 491 ਤੇ ਜਾਵੇ, ਅਖੀਰਲਾ ਹੋ ਸਕਦਾ 435 ਤੇ ਵੀ ਚਲਾ ਜਾਵੇ। ਸੋ ਇਸ ਟਾਈਮ ਤੇ ਪ੍ਰੋਫਾਈਲ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈਗਾ ਐਂਡ ਗੈਟ ਅ ਗੁੱਡ ਕੰਸਲਟੈਂਟ ਔਰ ਅ ਲਾਇਰ ਟੂ ਕ੍ਰੀਏਟ ਅ ਪ੍ਰੋਫਾਈਲ ਫॉर ਯੂ ਬਿਕੋਜ਼ ਪ੍ਰੋਫਾਈਲ ਕ੍ਰੀਏਸ਼ਨ ਨੂੰ ਸਿਰਫ ਜੈਨਰਿਕ ਜੌਬ ਨਾ ਸਮਝੋ ਬਿਕੋਜ਼ ਜਦੋਂ ਪ੍ਰੋਫਾਈਲ ਅੱਜ ਤੱਕ ਤੁਸੀਂ ਜੋ ਵੀ ਕ੍ਰੀਏਟ ਕਰ ਲੋਗੇ ਆਕੂਪੇਸ਼ਨ ਐਪਲੀਕੇਸ਼ਨ ਵੀ, ਇਨਵੀਟੇਸ਼ਨ ਵੀ ਆ ਜਾਏਗਾ। ਜਦੋਂ ਆਫਿਸਰ ਰਿਵਿਊ ਤੇ ਜਿਹੜੀ ਫਾਈਲ ਜਾਏਗੀ ਉਦੋਂ ਇਸ਼ੂਜ਼ ਆਉਂਦੇ ਹੈਗੇ ਨੇ। ਸੋ ਗੈਟ ਅ ਗੁੱਡ ਕੰਸਲਟੈਂਟ ਔਰ ਅ ਲਾਇਰ ਟੂ ਕ੍ਰੀਏਟ ਯੋਰ ਪ੍ਰੋਫਾਈਲ ਤਾਂ ਕਿ ਤੁਹਾਨੂੰ ਸਹੀ ਮਾਇਨਿਆਂ ਦੇ ਵਿੱਚ ਚੰਗੀ ਤਰ੍ਹਾਂ ਤੁਹਾਡਾ ਪ੍ਰੋਫਾਈਲ ਕ੍ਰੀਏਟ ਹੋ ਸਕੇ। ਅੱਛਾ, ਤੁਸੀਂ ਪ੍ਰੋਫਾਈਲ ਕ੍ਰੀਏਟ ਦੀ ਗੱਲ ਕਰ ਰਹੇ ਹੋ। ਸੋ ਬਹੁਤ ਕਈ ਵਾਰੀ ਐਪਲੀਕੈਂਟ ਇਹ ਸੋਚਦਾ ਵੀ ਮੈਨੂੰ ਅਜੇ ਪ੍ਰੋਫਾਈਲ ਕ੍ਰੀਏਟ ਕਰਨ ਦੀ ਲੋੜ ਨਹੀਂ ਗੀ ਤੇ ਜਦੋਂ ਲੋੜ ਪਊਗੀ ਉਦੋਂ ਕਰ ਲਵਾਂ। ਤੁਸੀਂ ਕੀ ਸਮਝਦੇ ਹੋ ਵੀ ਜਿਹੜੇ ਵੀ ਇਮੀਗ੍ਰੇਸ਼ਨ ਦੇ ਵਿੱਚ ਆਪਣੀ ਐਪਲੀਕੇਸ਼ਨ ਲਾਉਣੀ ਉਹਨੂੰ ਕ੍ਰੀਏਟ ਕਰ ਲੈਣਾ ਚਾਹੀਦਾ ਪ੍ਰੋਫਾਈਲ? ਅੱਜ ਦੀ ਤਰੀਕ ਦੇ ਵਿੱਚ ਇਹਨਾਂ ਚੇਂਜਸ ਤੋਂ ਬਾਅਦ 100% ਤੁਹਾਨੂੰ ਜ਼ਰੂਰ ਕ੍ਰੀਏਟ ਕਰਨਾ ਚਾਹੀਦਾ। ਤੁਸੀਂ ਕਿਸੇ ਵੀ ਟ੍ਰੇਡ ਤੋਂ ਹੈਗੇ ਹੋ, ਆਈਲੈਟ ਦੇ ਕੁਝ ਵੀ ਨੰਬਰਸ ਹੈਗੇ ਨੇ, 6 ਬੈਂਡਸ ਤਾਂ ਤੁਹਾਨੂੰ ਮਿਨੀਮਮ ਚਾਹੀਦੇ ਨੇ ਜੇ ਬਾਹਰ ਬੈਠੇ ਹੋਏ ਹੋ ਕੈਨੇਡਾ ਤੋਂ, ਤੇ ਐਬਸੋਲੂਟਲੀ ਯੂ ਸ਼ੁੱਡ ਬੀ ਕ੍ਰੀਏਟਿੰਗ ਯੋਰ ਪ੍ਰੋਫਾਈਲ ਬਟ ਕ੍ਰੀਏਸ਼ਨ ਆਫ ਅ ਪ੍ਰੋਫਾਈਲ ਸ਼ੁੱਡ ਬੀ ਇਨ ਸੱਚ ਅ ਵੇ ਕਿ ਉਹ ਪ੍ਰੋਫੈਸ਼ਨਲੀ ਸਾਰੀ ਚੀਜ਼ਾਂ ਨੂੰ ਕਵਰ ਕਰਦਾ ਹੋਵੇ। ਸੋ ਗੈਟ ਅ ਰੈਗੂਲੇਟਿਡ ਕੰਸਲਟੈਂਟ ਜਿਹੜੇ ਲਾਅ ਸੁਸਾਇਟੀ ਆਫ ਅਪਰ ਕੈਨੇਡਾ ਦੇ ਮੈਂਬਰਸ ਹੈਗੇ ਨੇ ਜਾਂ ਫਿਰ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਕਾਲਜ ਦੇ ਮੈਂਬਰਸ ਹੈਗੇ ਨੇ, ਉਹਨਾਂ ਤੋਂ ਰੈਗੂਲੇਟਿਡ ਮੈਂਬਰਸ ਤੋਂ ਪ੍ਰੋਫਾਈਲ ਕ੍ਰੀਏਟ ਕਰਾਓ ਬਿਕੋਜ਼ ਉਹਨਾਂ ਦਾ ਰੋਜ਼ ਕੰਮ ਹੈਗਾ। ਉਹ ਹਰ ਚੀਜ਼ ਨੂੰ ਇਸ ਤਰ੍ਹਾਂ ਕਰਨਗੇ ਕਿ ਜਿਸ ਤਰ੍ਹਾਂ ਤੁਹਾਨੂੰ ਕੱਲ੍ਹ ਨੂੰ ਆਫਿਸਰ ਨੇ ਜਿਸ ਤਰ੍ਹਾਂ ਦੇਖਣੀ ਹੈਗੀ ਤੁਹਾਡੀ ਫਾਈਲ ਨੂੰ। ਬਿਲਕੁਲ ਜੀ। ਅੱਛਾ, ਇੱਕ ਜਿਹੜਾ ਕਾਫੀ ਕੈਟਾਗਰੀ ਪੋਪੂਲਰ ਹੈ, ਜਿਹੜੇ ਵਿਜ਼ਟਰ ਇੱਥੇ ਆਉਂਦੇ ਨੇ ਅਤੇ ਉਹ ਆਪਣਾ ਵਰਕ ਪਰਮਿਟ ਅਪਲਾਈ ਕਰਦੇ ਨੇ,
ਉਹਦੀ ਵੀ ਜਾਣਕਾਰੀ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰੋ ਜੀ। ਬਿਲਕੁਲ ਸਿਮਰਤ ਜੀ, ਅੱਜ ਦੀ ਤਰੀਕ ਦੇ ਵਿੱਚ ਪਬਲਿਕ ਪਾਲਿਸੀ ਚੱਲ ਰਹੀ ਹੈ। ਇਹ ਪਬਲਿਕ ਪਾਲਿਸੀ ਐਗਜ਼ਿਸਟ ਕਰ ਰਹੀ ਹੈਗੀ ਹੈ 28 ਫਰਵਰੀ 2023 ਤੱਕ। ਅੱਛਾ ਜੀ। ਸੋ ਹਲੇ ਤਕਰੀਬਨ 75 ਦਿਨ ਬਾਕੀ ਹੈਗੇ ਨੇ। ਸੋ ਜਿੰਨੇ ਵੀ ਦੋਸਤ ਵਿਜ਼ਟਰ ਆਏ ਨੇ ਉਹ ਇਸ ਪ੍ਰੋਗਰਾਮ ਦਾ ਫਾਇਦਾ ਲੈ ਸਕਦੇ ਨੇ। ਐਂਡ ਇਹ 2020 ਅਗਸਤ ਤੋਂ ਚੱਲਦੀ ਆ ਰਹੀ ਹੈ, ਬਿਕੋਜ਼ 2020 ਅਗਸਤ ਤੋਂ ਇਹ ਉਸ ਵਾਸਤੇ ਸ਼ੁਰੂ ਕੀਤੀ ਗਈ ਸੀਗੀ ਬਿਕੋਜ਼ ਉਦੋਂ ਪੈਂਡੈਮਿਕ ਕਰਕੇ ਸਾਰੀ ਚੀਜ਼ਾਂ ਸਟਾਪ ਹੋ ਗਈਆਂ ਸੀਗੀਆਂ ਤੇ ਵਿਦਿਨ ਸਾਨੂੰ ਵਰਕਫੋਰਸ ਦੀ ਬਹੁਤ ਜ਼ਿਆਦਾ ਲੋੜ ਸੀਗੀ ਤੇ ਵਿਦਿਨ ਕੈਨੇਡਾ ਜਿਹੜੇ ਐਪਲੀਕੈਂਟਸ ਬੈਠੇ ਸੀਗੇ ਜਾਂ ਵਿਜ਼ਟਰਸ ਬੈਠੇ ਸੀ ਉਹ ਉਸ ਪ੍ਰੋਗਰਾਮ ਦਾ ਫਾਇਦਾ ਲੈ ਸਕਦੇ ਸੀਗੇ। ਸੋ 28 ਫਰਵਰੀ 2023 ਤੱਕ ਇਹ ਪਾਲਿਸੀ ਐਗਜ਼ਿਸਟ ਕਰ ਰਹੀ ਹੈ, ਹੋ ਸਕਦਾ ਐਕਸਟੈਂਡ ਵੀ ਹੋ ਜਾਵੇ ਬਟ ਐਜ਼ ਆਫ ਟੁਡੇ 28 ਫਰਵਰੀ ਤੱਕ ਹੈਗੀ ਹੈ। ਜੇ ਤੁਹਾਨੂੰ LMIA ਮਿਲਦਾ, ਦਿਸ ਇਜ਼ ਅ ਵੈਰੀ ਗੁੱਡ ਟਾਈਮ ਟੂ ਗ੍ਰੈਬ ਦੈਟ ਓਪਰਚੁਨਿਟੀ। ਐਂਡ ਸਿਮਰਤ ਜੀ, ਇਕਨੋਮੀ ਕੈਨੇਡਾ ਦੀ ਸਲੋ ਡਾਊਨ ਹੋਣੀ ਸ਼ੁਰੂ ਹੋਈ ਹੈ ਥੋੜੀ ਜਿਹੀ। ਬਿਲਕੁਲ। ਉਸ ਤੋਂ ਬਾਅਦ ਇੰਟਰਸਟ ਰੇਟਸ ਨੇ ਵੀ ਥੋੜਾ ਜਿਹਾ ਉਹਨਾਂ ਨੂੰ ਨੈਗੇਟਿਵ ਇੰਪੈਕਟ ਮਾਰਕੀਟ ਨੂੰ ਦਿੱਤਾ ਹੈਗਾ। ਉਸ ਤੋਂ ਬਾਵਜੂਦ ਇਸ ਟਾਈਮ ਜੌਬ ਓਪਨਿੰਗਸ ਬਹੁਤ ਜ਼ਿਆਦਾ ਮੌਜੂਦ ਹੈਗੀਆਂ। ਸੋ ਜੇ ਤੁਸੀਂ ਇਸ ਪ੍ਰੋਗਰਾਮ ਦਾ ਫਾਇਦਾ ਲੈਣਾ ਚਾਹੁੰਦੇ ਹੋ, ਦਿਸ ਇਜ਼ ਪ੍ਰੋਬਬਲੀ ਦਾ ਬੈਸਟ ਟਾਈਮ ਟੂ ਟੇਕ ਦੈਟ ਐਡਵਾਂਟੇਜ। ਐਂਡ 1 ਸਾਲ ਬਾਅਦ ਤੁਸੀਂ PNPs ਦੇ ਥਰੂ PR ਵਾਸਤੇ ਵੀ ਕੁਆਲੀਫਾਈ ਕਰ ਜਾਓਗੇ ਬਿਕੋਜ਼ 40 ਸਾਲ ਦੀ ਉਮਰ ਹੈਗੀ ਹੈ ਤੁਹਾਡੀ ਜਾਂ 40 ਤੋਂ ਜ਼ਿਆਦਾ ਹੈਗੀ ਹੈ। ਗ੍ਰੇਡ 12 ਕੀਤਾ, ਐਕਸਪ੍ਰੈਸ ਐਂਟਰੀ ਤੇ ਤੁਹਾਡੇ ਪਿਕ ਹੋਣ ਦੇ ਚਾਂਸਸ ਹੀ ਨਹੀਂ ਹੈਗੇ। CC ਦੇ ਵਿੱਚ ਵੀ ਨਹੀਂ ਹੈਗੇ, ਟ੍ਰੇਡਸ ਦੇ ਵਿੱਚ ਵੀ ਬੜਾ ਮੁਸ਼ਕਲ ਹੋਏਗਾ ਤੁਹਾਡਾ। ਸੋ PNP ਤੁਹਾਡੇ ਵਾਸਤੇ ਬੈਸਟ ਰਹੇਗਾ। PNP ਦੇ ਵਿੱਚ ਬਲੂ ਕਾਲਰ ਜੌਬਸ ਜਿਸ ਤਰ੍ਹਾਂ ਲੇਬਰ ਜੌਬਸ ਹੈਗੀਆਂ ਉਹ ਵੀ ਤੁਹਾਨੂੰ PR ਕਰਵਾ ਸਕਦੀਆਂ। ਫੂਡ ਐਂਡ ਬੇਵਰੇਜ ਸਰਵਰਸ ਦੀਆਂ ਹੋ ਗਈਆਂ, ਰੂਮ ਕਲੀਨਰਸ ਦੀਆਂ ਹੋ ਗਈਆਂ, ਫੂਡ ਪ੍ਰੋਸੈਸਿੰਗ ਦੇ ਵਿੱਚ ਹੋ ਗਈਆਂ, ਕੰਸਟਰਕਸ਼ਨ ਲੇਬਰ ਦੀਆਂ ਹੋ ਗਈਆਂ, ਫਾਰਮ ਲੇਬਰ ਦੀਆਂ ਹੋ ਗਈਆਂ। ਇਹ ਸਾਰੀਆਂ ਜੌਬਸ ਤੁਹਾਨੂੰ PR ਕਰਵਾ ਸਕਦੀਆਂ ਹੈਗੀਆਂ। ਸੋ ਟੇਕ ਦੈਟ ਐਡਵਾਂਟੇਜ। ਐਂਡ ਜੇ ਟਰੱਕਿੰਗ ਦੇ ਵਿੱਚ ਹੈਗੇ ਉਹ, ਟਰੱਕਿੰਗ ਤਾਂ ਹੁਣ ਵੈਸੇ ਹੀ Tier 3 ਦੇ ਵਿੱਚ ਆ ਗਿਆ। ਸੋ ਨੌਕ B ਹੋ ਗਿਆ। ਸੋ ਉਹਦੇ ਵਿੱਚ ਤੁਹਾਡਾ ਸਪਾਊਸ ਵੀ ਇੱਥੇ ਆ ਕੇ ਕੰਮ ਕਰਨ ਵਾਸਤੇ ਐਲੀਜੀਬਲ ਹੈਗੇ ਨੇ, ਬੱਚੇ ਵੀ ਪੜ੍ਹਨ ਵਾਸਤੇ ਐਲੀਜੀਬਲ ਹੈਗੇ ਨੇ। ਸੋ ਟੇਕ ਦਾ ਐਡਵਾਂਟੇਜ। ਐਂਡ ਜੇ ਤੁਸੀਂ ਹੈਲਪ ਚਾਹੁੰਦੇ ਹੈਗੇ ਹੋ ਆਪਣੇ ਫੈਮਿਲੀ ਦੀ ਐਪਲੀਕੇਸ਼ਨ ਕਰਾਉਣ ਵਾਸਤੇ, ਟੈਂਪਰੇਰੀ ਡਿਪੈਂਡੈਂਟ ਐਪਲੀਕੇਸ਼ਨਸ ਵਾਸਤੇ ਕਿਸੇ ਕੰਸਲਟੈਂਟ ਦੀ ਸਲਾਹ ਲਓ ਐਂਡ ਹੈਵ them do it for you। ਬਿਲਕੁਲ ਜੀ, ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਗੁਰੂ। ਮੇਰੇ ਨਾਲ ਸਟੂਡੀਓ ਵਿੱਚ ਅੱਜ ਹਾਜ਼ਰ ਨੇ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ, ਜਿਹੜੇ ਤੁਹਾਡੇ ਨਾਲ ਇਮੀਗ੍ਰੇਸ਼ਨ ਸੰਬੰਧੀ ਜਾਣਕਾਰੀ ਤੇ ਨਵੀਆਂ ਅਪਡੇਟਸ ਸਾਂਝੀਆਂ ਕਰ ਰਹੇ ਨੇ। ਅੱਛਾ ਮਨੂ ਜੀ, ਇੱਕ ਕਾਫੀ ਜਿਹੜੀ ਕੈਟਾਗਰੀ ਆ ਬਿਜ਼ਨਸ ਕਲਾਸ, ਉਹਦੇ ਵਿੱਚ ਵੀ ਜਿਹੜੇ ਬਹੁਤ ਸਾਰੇ ਆਪਣੇ ਭੈਣ ਭਰਾ ਨੇ ਉਹ ਆਉਣਾ ਚਾਹੁੰਦੇ ਨੇ ਕਿਉਂਕਿ ਜੇ ਬੈਕ ਹੋਮ ਉਹਨਾਂ ਦੇ ਕੋਲ ਬਿਜ਼ਨਸ ਦਾ ਐਕਸਪੀਰੀਅੰਸ ਆ। ਸੋ ਉਹਦੇ ਬਾਰੇ ਵੀ ਕੁਝ ਜਾਣਕਾਰੀ ਸਾਂਝੀ ਕਰੋ। ਬਿਲਕੁਲ ਸਿਮਰਤ ਜੀ, ਇੰਟਰਾ ਕੰਪਨੀ ਟ੍ਰਾਂਸਫਰ ਅੱਜ ਦੀ ਤਰੀਕ ਦੇ ਵਿੱਚ ਬਹੁਤ ਪਪੂਲਰ ਪ੍ਰੋਗਰਾਮ ਹੋਇਆ ਬਿਕੋਜ਼ ਉਹਦੇ ਰਿਜ਼ਲਟਸ ਆਰ ਅਮੇਜ਼ਿੰਗ ਐਟ ਦਿਸ ਮੋਮੈਂਟ। ਐਂਡ ਜੇ ਤੁਸੀਂ ਬਿਜ਼ਨਸ ਪਿਛਲੇ 3 ਸਾਲ ਤੋਂ ਕਰ ਰਹੇ ਹੋ, ਦਿਸ ਯੂ ਸ਼ੁੱਡ ਬੀ ਟੇਕਿੰਗ ਐਡਵਾਂਟੇਜ ਆਫ ਦਿਸ ਪ੍ਰੋਗਰਾਮ। ਉਹਦਾ ਐਡਵਾਂਟੇਜ ਕੀ ਹੈਗਾ ਕਿ ਨਾ ਤੇ ਤੁਹਾਨੂੰ IELTS ਦੀ ਲੋੜ ਆ, ਨਾ ਤੁਹਾਨੂੰ ਡਿਗਰੀ ਅਸੈਸਮੈਂਟ ਦੀ ਲੋੜ ਹੈ। ਐਜੂਕੇਸ਼ਨ ਜੋ ਮਰਜ਼ੀ ਹੋਵੇ, ਤੁਹਾਡਾ ਵਰਕ ਪਰਮਿਟ ਲੱਗ ਸਕਦਾ, ਤੁਹਾਡੀ ਫੈਮਿਲੀ ਦਾ ਡਿਪੈਂਡੈਂਟ ਵੀਜ਼ਾ ਲੱਗ ਸਕਦਾ, ਤੁਹਾਡੇ ਬੱਚੇ ਇੱਥੇ ਆ ਕੇ ਪੜ੍ਹ ਸਕਦੇ ਨੇ। ਐਂਡ ਕਮਿਊਨਿਟੀ ਕਾਲਜ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ ਵੀ ਐਜ਼ ਅ ਲੋਕਲ ਸਟੂਡੈਂਟ ਉਹ ਫੀਸ ਪੇ ਕਰ ਸਕਦੇ ਨੇ। ਸੋ ਆ ਐਡਵਾਂਟੇਜ ਇਸ ਪ੍ਰੋਗਰਾਮ ਦਾ ਸਭ ਤੋਂ ਵੱਡਾ ਹੈ। 1 ਸਾਲ ਬਾਅਦ ਤੁਸੀਂ PR ਵਾਸਤੇ ਵੀ ਕੁਆਲੀਫਾਈ ਹੋ ਜਾਓਗੇ। ਐਂਡ ਜਿਹੜਾ ਵੀ ਬਿਜ਼ਨਸ ਕਰਦੇ ਪਏ ਹੋ, ਕਿਸੇ ਵੀ ਬਿਜ਼ਨਸ ਦੇ ਵਿੱਚ ਹੈਗੇ ਹੋ, ਐਕਸਪੋਰਟ ਇੰਪੋਰਟ ਦੇ ਵਿੱਚ ਹੈਗੇ ਹੋ, ਪੈਟਰੋਲ ਸਟੇਸ਼ਨ ਹੈਗਾ, ਗੈਸ ਪੰਪ ਹੈਗਾ, ਗੈਸ ਸਟੇਸ਼ਨ ਹੈਗਾ ਤੁਹਾਡਾ, ਤੁਸੀਂ ਕਿਸੇ ਕੰਸਟਰਕਸ਼ਨ ਦੇ ਵਿੱਚ ਹੈਗੇ ਹੋ, ਤੁਸੀਂ ਕਿਸੇ ਰੈਨੋਵੇਸ਼ਨਸ ਦੇ ਵਿੱਚ ਹੈਗੇ ਹੋ, ਤੁਸੀਂ ਕਿਸੇ ਤਰ੍ਹਾਂ ਦੀ ਮੈਨੂਫੈਕਚਰਿੰਗ ਦੇ ਵਿੱਚ ਹੈਗੇ ਹੋ, ਸਰਵਿਸ ਇੰਡਸਟਰੀ ਦੇ ਵਿੱਚ ਹੈਗੇ ਹੋ, ਮੈਨੂਫੈਕਚਰਿੰਗ ਦੇ ਵਿੱਚ ਹੈਗੇ ਹੋ, ਕਿਸੇ ਵੀ ਇੰਡਸਟਰੀ ਦੇ ਵਿੱਚ ਹੈਗੇ ਹੋ, ਦਿਸ ਇਜ਼ ਦਾ ਪ੍ਰੋਗਰਾਮ ਤੁਹਾਡੇ ਵਾਸਤੇ ਜਿਹੜਾ ਕੰਮ ਕਰ ਸਕਦਾ ਹੈ। ਗ੍ਰੈਬ ਦਿਸ ਓਪਰਚੁਨਿਟੀ। ਅੱਜ ਦੀ ਤਰੀਕ ਦੇ ਵਿੱਚ 2-2 ਮਹੀਨਿਆਂ ਦੇ ਵਿੱਚ ਵਰਕ ਪਰਮਿਟਸ ਗ੍ਰਾਂਟ ਹੋ ਰਹੇ ਨੇ। ਸੋ ਟੇਕ ਦਿਸ ਐਡਵਾਂਟੇਜ। ਐਂਡ 1 ਸਾਲ ਇੱਥੇ ਆ ਕੇ ਕੰਮ ਕਰਨ ਦਾ, ਬਿਜ਼ਨਸ ਐਕਸਪੈਂਸ਼ਨ ਤੋਂ ਬਾਅਦ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਵੀ ਕੁਆਲੀਫਾਈ ਕਰ ਸਕਦੇ ਹੋ। ਹੋਰ ਡਿਟੇਲਸ ਲੈਣ ਵਾਸਤੇ ਯੂ ਵਿਲ ਹੈਵ ਟੂ ਸਪੀਕ ਟੂ ਅ ਕੰਸਲਟੈਂਟ ਤਾਂ ਕਿ ਤੁਹਾਨੂੰ ਇੱਕ ਚੀਜ਼ ਤੁਹਾਨੂੰ ਗਾਈਡ ਕਰ ਸਕੀਏ। ਅੱਛਾ, ਇਹਦੇ ਵਿੱਚ ਬਿਜ਼ਨਸ ਕੈਟਾਗਰੀ ਦੇ ਵਿੱਚ ਇਸ ਤਰ੍ਹਾਂ ਵੀ ਆ ਵੀ ਕੋਈ ਸਰਟਨ ਪ੍ਰੋਵਿੰਸ ਦੇ ਵਿੱਚ ਜ਼ਿਆਦਾ ਸੌਖਾ ਹੈ ਤੇ ਕਿਸੇ ਦੇ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਔਖਾ ਕੰਮ ਹੈ ਕਿ ਤਕਰੀਬਨ ਸਾਰੇ ਦੇ ਵਿੱਚ ਬਰਾਬਰ ਹੀ ਹੈ? ਸਿਮਰਤ ਜੀ, ਇਹ ਫੈਡਰਲ ਪ੍ਰੋਗਰਾਮ ਹੈਗਾ। ਫੈਡਰਲ ਪ੍ਰੋਗਰਾਮ ਦੇ ਵਿੱਚ ਤੁਸੀਂ ਹਰ ਚੀਜ਼ ਦੇ ਵਿੱਚ ਕੁਆਲੀਫਾਈ ਕਰ ਸਕਦੇ ਹੋ। ਸੋ ਇਹ ਫੈਡਰਲੀ ਆ ਰਹੇ ਹੋ ਤੁਸੀਂ। ਉਸ ਤੋਂ ਬਾਅਦ ਇੱਥੇ ਆ ਕੇ ਤੁਸੀਂ ਆਪਣਾ ਬਿਜ਼ਨਸ ਕਿਸ ਪ੍ਰੋਵਿੰਸ ਦੇ ਵਿੱਚ ਕਰਨਾ ਹੈਗਾ, ਤੁਸੀਂ ਐਕਸਪ੍ਰੈਸ ਕੁਆਲੀਫਾਈ ਕਰੋਗੇ ਜਾਂ PNP ਦੇ ਵਿੱਚ ਕੁਆਲੀਫਾਈ ਕਰੋਗੇ, ਉਹ ਤੁਸੀਂ ਆ ਕੇ ਪ੍ਰੋਵਿੰਸ ਬਾਅਦ ਚ ਚੂਜ਼ ਕਰ ਸਕਦੇ ਹੋ। ਸੋ ਪਹਿਲੇ ਤੁਸੀਂ ਫੈਡਰਲ ਪ੍ਰੋਗਰਾਮ ਦੇ ਵਿੱਚ ਆ ਰਹੇ ਹੋ, ਆਪਣੀ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਦੇਖਣਾ ਤੁਸੀਂ ਫੈਡਰਲ ਦੇ ਵਿੱਚ ਜਾਓਗੇ ਜਾਂ PNPs ਦੇ ਵਿੱਚ ਜਾਓਗੇ। ਠੀਕ ਹੈ। ਹੁਣ ਆਪਾਂ ਵਾਪਸ ਆਉਂਦੇ ਆ ਜਿਹੜੀ ਸਟੂਡੈਂਟ ਕਲਾਸ ਹੈ, ਜਿਹੜੇ ਸਟੂਡੈਂਟ ਆਪਣੇ ਇੱਥੇ ਬਹੁਤ ਸਾਰੇ ਜਿਹੜੇ ਆਏ ਹੋਏ ਨੇ ਤੇ ਕਈ ਵਾਰੀ ਉਹਨਾਂ ਨੂੰ ਕਾਲਜ ਚੇਂਜ ਕਰਨਾ ਹੁੰਦਾ, ਕੋਈ ਉਹਨਾਂ ਦੇ ਸਰਕਮਸਟੈਂਸਸ ਇਦਾਂ ਦੇ ਹੁੰਦੇ ਨੇ ਜਿੱਥੇ ਪਹਿਲਾਂ ਆਉਂਦੇ ਨੇ ਉੱਥੇ ਉਹ ਕੰਟੀਨਿਊ ਨਹੀਂ ਕਰ ਸਕਦੇ ਸਟੱਡੀ। ਸੋ ਕਾਲਜ ਚੇਂਜ ਕਰਨਾ ਤਾਂ ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਹੈਲਪ ਕਰਦੇ ਹੋ? ਬਿਲਕੁਲ ਸਿਮਰਤ ਜੀ, ਇਸ ਟਾਈਮ ਤੇ ਜਨਵਰੀ ਸੈਸ਼ਨ ਵਾਸਤੇ ਬਹੁਤ ਸਾਰਾ ਇੰਟਰਨੈਸ਼ਨਲ ਸਟੂਡੈਂਟਸ ਲੈਂਡ ਕਰ ਚੁੱਕਾ ਹੈ ਜੀ। ਐਂਡ ਬੜੀ ਵੱਡੀ ਤਾਦਾਦ ਦੇ ਵਿੱਚ ਇੰਡੀਆ ਤੋਂ, ਪੰਜਾਬ ਤੋਂ ਵੀ ਉਹ ਸਟੂਡੈਂਟਸ ਹੈਗੇ ਨੇ, ਗੁਜਰਾਤ ਤੋਂ ਵੀ ਹੈਗੇ ਨੇ। ਸੋ ਜੇ ਕੋਈ ਵੀ ਇਹੋ ਜਿਹਾ ਇੰਟਰਨੈਸ਼ਨਲ ਸਟੂਡੈਂਟ ਹੈਗਾ ਜਿਹਨੂੰ ਆਪਣਾ ਕੋਰਸ
ਡਿਫਿਕਲਟ ਲੱਗ ਰਿਹਾ ਜਾਂ ਕਾਲਜ ਡਿਫਿਕਲਟ ਲੱਗ ਰਿਹਾ ਹੈਗਾ ਐਂਡ ਕੋਰਸ ਚੇਂਜ ਕਰਨਾ ਚਾਹੁੰਦੇ ਨੇ, ਕਾਲਜ ਚੇਂਜ ਕਰਨਾ ਚਾਹੁੰਦੇ ਨੇ, ਨਾਰਮਲ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਉਹ ਅਗਲੇ ਸਮੈਸਟਰ ਦੇ ਵਿੱਚ ਐਡਮਿਸ਼ਨ ਮਿਲਦੀ ਹੈਗੀ ਹੈ, ਸੇਮ ਸਮੈਸਟਰ ਦੇ ਵਿੱਚ ਐਡਮਿਸ਼ਨ ਮਿਲਣੀ 99% ਮੁਸ਼ਕਲ ਹੋ ਜਾਂਦੀ ਹੈਗੀ ਹੈ। ਸੋ ICC ਇਮੀਗ੍ਰੇਸ਼ਨ ਦੇ ਵਿੱਚ ਕੁਝ ਇਹੋ ਜਿਹੀਆਂ ਓਪਨਿੰਗਸ ਹੈਗੀਆਂ ਜਿੱਥੇ ਅਸੀਂ ਕਮਿਊਨਿਟੀ ਕਾਲਜ ਦੇ ਵਿੱਚ ਵਿਦਿਨ 2 ਵੀਕਸ ਤੁਹਾਨੂੰ ਐਡਮਿਸ਼ਨਸ ਐਂਡ ਆਫਰ ਲੈਟਰਸ ਐਂਡ ਐਕਸੈਪਟੈਂਸ ਲੈਟਰ ਲੈ ਕੇ ਦੇ ਸਕਦੇ ਹੈਗੇ ਆ। ਸੋ 2 ਵੀਕਸ ਦੇ ਵਿੱਚ ਤੁਸੀਂ ਰਾਈਟ ਅਵੇ ਸੇਮ ਸਮੈਸਟਰ ਦੇ ਵਿੱਚ ਪੜ੍ਹਾਈ ਕਰ ਸਕਦੇ ਹੋ। ਹੁਣ ਇਸੇ ਤਰ੍ਹਾਂ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ ਜਿਹੜੇ ਪਹਿਲਾਂ ਲੈਂਡ ਕੀਤੇ ਹੋਏ ਹੈ, ਸੈਕੰਡ ਕੋਰਸ ਵਾਸਤੇ ਉਹਨਾਂ ਨੂੰ ਐਡਮਿਸ਼ਨਸ ਨਹੀਂ ਮਿਲ ਪਾ ਰਹੀਆਂ, ਜਾਂ ਤੇ ਆਈਲੈਟ ਦਾ ਸਕੋਰ ਘੱਟ ਹੈਗਾ ਜਾਂ ਉਹਨਾਂ ਦੇ ਮਾਰਕਸ ਘੱਟ ਹੈਗੇ ਨੇ ਜਾਂ ਕਿਸੇ ਹੋਰ ਵਜ੍ਹਾ ਦੇ ਨਾਲ ਉਹ ਕੋਰਸ ਕਿਤੇ ਮਿਲ ਨਹੀਂ ਪਾ ਰਿਹਾ। ਸੋ ICC ਨਾਲ ਕੰਟੈਕਟ ਕਰੋ, we can help you within Canada right away and within 15 days we can get you admissions and offer letter and acceptance letters। ਅੱਛਾ ਮਨੂ ਜੀ, ਜਾਣ ਤੋਂ ਪਹਿਲਾਂ ਆਪਣੀ ਇਨਫੋਰਮੇਸ਼ਨ ਜ਼ਰੂਰ ਸਾਂਝੀ ਕਰੋ ਵੀ ਜਿੱਥੇ ਕੋਈ ਵੀ ਭੈਣ ਭਰਾ ਆਪਣੀ ਇਮੀਗ੍ਰੇਸ਼ਨ ਸੰਬੰਧੀ ਸਲਾਹ ਲੈਣਾ ਚਾਹੁੰਦਾ ਜਾਂ ਆਪਣੇ ਜਿਹੜਾ ਕੇਸ ਲਾਉਣਾ ਚਾਹੁੰਦਾ ਤੇ ਤੁਸੀਂ ਤੁਹਾਡੇ ਨਾਲ ਉਹ ਗੱਲ ਕਰ ਸਕਣ। ਜੀ ਬਿਲਕੁਲ, ਸਾਡਾ ਈਮੇਲ ID ਹੈਗਾ ਜੀ info@iccimmigration.ca info@iccimmigration.ca। ਫੋਨ ਨੰਬਰ ਹੈਗਾ ਸਾਡੇ ਆਫਿਸ ਦਾ, ਹੈੱਡ ਆਫਿਸ ਦਾ 905-461-2424 905-461-2424 ਐਂਡ WhatsApp ਨੰਬਰ ਹੈਗਾ 647-850-9000 647-850-9000। ICC ਇਮੀਗ੍ਰੇਸ਼ਨ ਤੇ RD MD ਤੋਂ ਇਲਾਵਾ ਹੋਰ ਵੀ ਰੈਗੂਲੇਟਡ ਕੰਸਲਟੈਂਟਸ ਹੈਗੇ ਨੇ ਐਂਡ ਵੀ ਹੈਵ ਬੀਨ ਇਨ ਬਿਜ਼ਨਸ ਫॉर 16+ ਈਅਰਸ 16 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਸਾਨੂੰ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਐਂਡ ਵੀ ਆਰ ਅ ਟੀਮ ਦੈਟ ਇਜ਼ ਨੋਨ ਫॉर ਕ੍ਰਿਸਟਲ ਕਲੀਅਰ ਐਂਡ ਟਰਾਂਸਪੇਰੈਂਟ ਐਡਵਾਈਸ। ਜਿਹੜੀ ਚੀਜ਼ ਪੋਸੀਬਲ ਹੋਏਗੀ ਦੱਸਾਂਗੇ, ਜਿਹੜੀ ਚੀਜ਼ ਨਹੀਂ ਹੋਏਗੀ ਉਹ ਵੀ ਤੁਹਾਨੂੰ ਕਵਾਂਗੇ ਕਿ ਆਪਣਾ ਹਾਰਡ ਐਂਡ ਮਨੀ ਤੇ ਪੈਸਾ ਖਰਾਬ ਨਾ ਕਰੋ। ਬਿਲਕੁਲ ਜੀ। ਮਨੂ ਜੀ, ਅੱਜ ਸਟੂਡੀਓ ਵਿੱਚ ਤੁਸੀਂ ਆਏ ਤਾਂ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜੀ। ਤੁਸੀਂ ਦੇਖ ਰਹੇ ਸੀ ਇਮੀਗ੍ਰੇਸ਼ਨ ਗੁਰੂ। ਅਗਲੇ ਹਫਤੇ ਫਿਰ ਨਵੀਆਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।